ਤੂੰ ਤਰੀਕੇ ਵਾਲੀ ਜਿਹੜੀ ਵਿਧਾਨ ਸਭਾ ਦੇ ਵਿੱਚ ਗੱਲਬਾਤ ਹੋ ਰਹੀ ਹੈ ਉਹ ਬਹੁਤ ਗਲਤ ਨੇ। ਜੋ ਵਿਧਾਨ ਸਭਾ ਦੇ ਵਿੱਚ ਹੋ ਰਿਹਾ ਇਹ ਮੈਨੂੰ ਲੱਗਦਾ ਕਿ ਬਹੁਤ ਗਲਤ ਹੋ ਰਿਹਾ ਹੈ। ਇਹ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਆਪਣੀਆਂ ਸੀਟਾਂ ਤੇ ਚਲੇ ਜਾਣ। ਸਾਡੇ ਜਿਹੜੇ ਆਗੂ ਨੇ ਉਹ ਇੰਨਾ ਹੇਠਾਂ ਉਤਰ ਜਾਂਦੇ ਨੇ ਕਿ ਗੱਲ ਸਿੱਧੀ ਤੂੰ ਤੜਾਕ ਤੇ ਆ ਰਹੀ ਹੈ। ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਜੋ ਕੁਝ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਕਿਹਾ ਗਿਆ ਰਿਕਾਰਡ ਨਾ ਕੀਤਾ ਜਾਵੇ। ਜਿਹੜੇ ਬੱਚੇ ਦੇਖ ਰਹੇ ਨੇ ਉਹ ਉਹਨਾਂ ਤੇ ਗਲਤ ਇੰਪੈਕਟ ਪੈ ਰਿਹਾ ਕਿ ਸ਼ਾਇਦ ਵਿਧਾਨ ਸਭਾ ਦੇ ਵਿੱਚ ਤਾਂ ਕਾਰਵਾਈ ਹੈ ਜਿਹੜੀ ਚੱਲਦੀ ਉਹ ਇਦਾਂ ਹੀ ਹੁੰਦੀ ਹੈ। ਬਹੁਤ ਆਮੋ ਸਾਹਮਣੇ ਗੱਲਾਂ ਹੋ ਰਹੀਆਂ ਨੇ। ਉਹ ਸਪੀਕਰ ਸਾਹਿਬ ਵਿਚਾਰੇ ਇੱਕ ਪਾਸੇ ਬੈਠੇ ਨੇ, ਸੰਧਵਾ ਸਾਹਿਬ। ਦੇਸ਼ ਦਾ ਹੋਰ ਕੋਈ ਵੀ ਸੂਬੇ ਦੇ ਵਿੱਚ ਉਹ ਚੀਜ਼ਾਂ ਜਦੋਂ ਸੁਣਦੇ ਨੇ ਤਾਂ ਉਹ ਕਹਿਣਗੇ ਕਿ ਯਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਇਦਾਂ ਦਾ ਵਰਕ ਕਰਦੀ ਹੈ। ਨਸ਼ੇ ਨੂੰ ਲੈ ਕੇ ਪੰਜਾਬ ਨੂੰ ਕਿੰਨਾ ਬਦਨਾਮ ਕੀਤਾ ਜਾ ਰਿਹਾ ਤੇ ਕੱਲ੍ਹ ਨੂੰ ਕਿਤੇ ਇਹ ਨਾ ਹੋ ਜੇ ਕਿ ਸਾਡੇ ਆਗੂਆਂ ਦੀ ਬੋਲੀ ਨੂੰ ਲੈ ਕੇ ਵੀ ਸਾਡੇ ਜਿਹੜੇ ਮਜ਼ਾਕ ਨੇ ਪੰਜਾਬੀਆਂ ਦੇ ਉਹ ਉਡਾਉਣੇ ਜਾਣੇ ਸ਼ੁਰੂ ਹੋ ਜਾਣ। ਰੂਲ ਬਣੇ ਹੋਏ ਨੇ ਕਿ ਸਿਰਫ ਚੇਅਰ ਨੂੰ ਦੇਖ ਕੇ ਗੱਲ ਹੋਏਗੀ, ਕਿਉਂਕਿ ਅੱਜ ਕੱਲ੍ਹ ਤਾਂ ਚੇਅਰ ਨੂੰ ਦੇਖ ਕੇ ਗੱਲ ਹੀ ਨਹੀਂ ਹੋ ਰਹੀ, ਆਮੋ ਸਾਹਮਣੇ ਗੱਲ ਹੋ ਰਹੀ ਹੈ। ਇੰਨੀ ਤੁਹਾਡੀ ਉੱਚੀ ਸਦਨ ਦੀ ਚੇਅਰ, ਸਪੀਕਰ ਸਾਹਿਬ ਬੈਠੇ ਨੇ, ਉਹਨਾਂ ਨੂੰ ਤੁਸੀਂ ਬਾਈਪਾਸ ਕਰੀ ਜਾ ਰਹੇ ਹੋ ਤੇ ਉਹ ਬੈਠੇ ਵਿਚਾਰੇ ਦੇਖ ਰਹੇ ਨੇ। ਸਤਿ ਸ਼੍ਰੀ ਅਕਾਲ। ਔਨਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਰਾਜਦੀਪ ਸਿੰਘ। ਪ੍ਰੋਗਰਾਮ ਅੱਜ ਦੀ ਗੱਲ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਤਾਂ ਵਿਧਾਨ ਸਭਾ ਦਾ ਬਜਟ ਸੈਸ਼ਨ ਚੱਲ ਰਿਹਾ ਤੇ ਇਸ ਬਜਟ ਸੈਸ਼ਨ ਦੇ ਵਿੱਚ ਕੀ ਕੁਝ ਹੋ ਰਿਹਾ ਅਸੀਂ ਸਾਰਿਆਂ ਨੇ ਲਾਈਵ ਟੈਲੀਕਾਸਟ ਵੱਖ-ਵੱਖ ਚੈਨਲਾਂ ਦੇ ਰਾਹੀਂ ਦੇਖਿਆ। ਉਸ ਦੇ ਉੱਤੇ ਰਾਏ ਲਵਾਂਗੇ। ਮੇਰੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰਾਓ ਵਰਿੰਦਰ ਸਿੰਘ ਬੈਣੀਪਾਲ। ਰਾਓ ਜੀ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਰਾਜਦੀਪ। ਰਾਓ ਜੀ ਕਿਵੇਂ ਦੇਖਦੇ ਹੋ ਜੋ ਵਿਧਾਨ ਸਭਾ ਦੇ ਵਿੱਚ ਅੱਜ ਜਾਂ ਕੱਲ ਹੋਇਆ, ਜਿਸ ਤਰੀਕੇ ਦੇ ਨਾਲ ਦੋਨਾਂ ਧਿਰ ਜਿਹੜੇ ਆਮੋ ਸਾਹਮਣੇ ਹੋਏ, ਤੂੰ ਤੜਾਕ ਵੀ ਹੋਇਆ, ਬਹਿਸ ਤਿੱਖੀ ਹੋਈ? ਨਹੀਂ, ਤੂੰ ਤੜਾਕ ਨਹੀਂ ਹੋਇਆ, ਮੈਨੂੰ ਲੱਗਦਾ ਕਿ ਤੂੰ ਤੜਾਕ ਹੀ ਹੋਇਆ। ਸਭ ਤੋਂ ਜ਼ਿਆਦਾ ਤਾਂ ਤੂੰ ਤੜਾਕ ਹੀ ਹੋਇਆ। ਤੇ ਪੰਜਾਬੀ ਜੇਕਰ ਗੱਲ ਕਰੀਏ ਕਿ ਪੰਜਾਬੀ ਭਾਸ਼ਾ ਜਾਂ ਪੰਜਾਬੀ ਬੋਲੀ ਦੀ ਅਸੀਂ ਸਾਰੀ ਗੱਲ ਕਰਦੇ ਹਾਂ, ਸਰਕਾਰ ਵੀ ਗੱਲ ਕਰਦੀ ਆ, ਚੁਣੇ ਹੋਏ ਜਿੰਨੇ ਵਿਧਾਇਕ ਨੇ ਸਾਰੇ ਪੰਜਾਬੀ ਬੋਲੀ ਦੀ ਗੱਲ ਕਰਦੇ ਨੇ ਜੀ। ਠੀਕ ਹੈ, ਪੰਜਾਬੀ ਬੋਲੀ ਦੇ ਵਿੱਚ ਅਸੀਂ ਬੋਲਦੇ ਆ, ਤੂੰ ਕਹਿੰਦੇ ਆ ਤੇ ਜ਼ਿਆਦਾ ਅਸੀਂ ਉਹਦੇ 'ਚ ਨਹੀਂ ਹੁੰਦੇ। ਪਰ ਪੰਜਾਬੀ ਬੋਲੀ ਦਾ ਇਹ ਵੀ ਧਿਆਨ ਰੱਖਣਾ ਚਾਹੁੰਦਾ ਕਿ ਇਹ ਗੁਰੂਆਂ ਦੀ ਬੋਲੀ ਹੈ ਜੀ, ਇੱਕ ਸਤਿਕਾਰ ਵਾਲੀ ਬੋਲੀ ਹੈ ਜੀ। ਤੇ ਜਿਸ ਤਰੀਕੇ ਦੀ ਅਸੀਂ ਬੋਲੀ ਬੋਲਦੇ ਆ ਜਾਂ ਭਾਸ਼ਾ ਦੀ ਗੱਲ ਕਰ ਲੈਂਦੇ ਆ ਨਾ ਕਿ ਪੰਜਾਬੀ ਚਾਹੇ ਤੂੰ ਤੜੇਕੇ ਵਾਲੀ ਅਸੀਂ ਬੋਲ ਸਕਦੇ ਹਾਂ, ਉਹ ਸਾਡੀ ਆਪਣੀ ਮਰਜ਼ੀ ਹੈ, ਚਾਹੇ ਜੀ ਹਜ਼ੂਰ ਜਾਂ ਸਤਿਕਾਰ ਵਾਲੀ ਬੋਲ ਸਕਦੇ ਹਾਂ, ਉਹ ਬੰਦੇ ਦੀ ਆਪਣੀ ਚੁਆਇਸ ਹੈ ਵੀ ਅਸੀਂ ਕਿਹੜੀ ਬੋਲਣੀ ਹੈ। ਪਰ ਜੋ ਵਿਧਾਨ ਸਭਾ ਦੇ ਵਿੱਚ ਹੋ ਰਿਹਾ ਇਹ ਮੈਨੂੰ ਲੱਗਦਾ ਕਿ ਬਹੁਤ ਗਲਤ ਹੋ ਰਿਹਾ ਹੈ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਜਿਹੜੇ ਬੱਚੇ ਨੇ ਜਿਨ੍ਹਾਂ ਦੀ ਰੁਚੀ ਰਾਜਨੀਤੀ ਦੇ ਵਿੱਚ ਜਾਂਦੀ ਹੈ, ਜਾਂ ਜਿਸ ਤਰੀਕੇ ਨਾਲ ਪਹਿਲਾਂ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਹੁੰਦਾ ਸੀ ਉਹ ਲਾਈਵ ਨਹੀਂ ਹੁੰਦਾ ਸੀਗਾ। ਆਮ ਆਦਮੀ ਪਾਰਟੀ ਆਈ, ਆਮ ਆਦਮੀ ਪਾਰਟੀ ਨੇ ਸੈਸ਼ਨ ਹੈ ਜਿਹੜਾ ਉਹ ਇਜਲਾਸ ਹੈ ਉਹ ਲਾਈਵ ਕਰਨਾ ਸ਼ੁਰੂ ਕਰ ਦਿੱਤਾ। ਹੁਣ ਜੋ ਵੀ ਕੁਝ ਬੋਲਿਆ ਜਾਂਦਾ ਉਹ ਹਰ ਇੱਕ ਦੇ ਮੋਬਾਈਲ ਤੇ, ਕਿਉਂਕਿ ਲਿੰਕ ਬਣ ਜਾਂਦੇ ਨੇ, ਟੀਵੀ ਚੈਨਲ ਆਪਣੇ ਟੀਵੀ ਤੇ ਚਲਾਉਂਦੇ ਨੇ, ਨਾਲ ਦੀ ਨਾਲ ਉਹ ਦੇਖਿਆ ਜਾ ਰਿਹਾ। ਹਰ ਕੋਈ ਆਪਣੇ ਮੋਬਾਈਲ ਤੇ ਉਸ ਲਿੰਕ ਨੂੰ ਔਨ ਕਰਕੇ ਸਾਰੀ ਵਿਧਾਨ ਸਭਾ ਦੀ ਕਾਰਵਾਈ ਦੇਖਦਾ, ਕਿਸ ਨੇ ਕੀ ਕਿਹਾ, ਕਿਹਨੇ ਕੀ ਸਵਾਲ ਪੁੱਛਿਆ, ਮੰਤਰੀ ਨੇ ਕੀ ਜਵਾਬ ਦਿੱਤਾ ਉਸ ਸਵਾਲ ਦਾ, ਇਹ ਸਾਰਾ ਕੁਝ ਦੇਖਿਆ ਜਾਂਦਾ। ਸੋ ਇਹ ਯਾਦ ਰੱਖਣਾ ਚਾਹੀਦਾ ਕਿ ਜਿਸ ਭਾਸ਼ਾ ਦੀ ਜਿਹੜੀ ਵਰਤੋਂ ਪੰਜਾਬ ਵਿਧਾਨ ਸਭਾ ਦੇ ਵਿੱਚ ਹੋ ਰਹੀ ਆ, ਉਹ ਪੰਜਾਬ ਵਿਧਾਨ ਸਭਾ ਰਾਜਦੀਪ ਜੀ ਜਿਹਨੂੰ ਅਸੀਂ ਕਹਿ ਰਹੇ ਨੇ, ਸਪੀਕਰ ਸਾਹਿਬ ਅਕਸਰ ਹੀ ਕਹਿੰਦੇ ਨੇ ਕਿ ਬੜਾ ਇਹ ਸਦਨ ਸਾਡਾ ਪਵਿੱਤਰ ਸਦਨ ਹੈ ਜੀ। ਉਸ ਪਵਿੱਤਰ ਸਦਨ ਦੇ ਵਿੱਚ ਜਦੋਂ ਕਾਰਵਾਈ ਹੋ ਰਹੀ ਹੈ ਕਿ ਵਿਰੋਧੀ ਧਿਰ ਨੇ ਸਵਾਲ ਪੁੱਛਣੇ ਨੇ, ਸਰਕਾਰ ਨੇ ਜਵਾਬ ਦੇਣੇ ਨੇ, ਪਰ ਉਸ ਦੇ ਵਿੱਚ ਸਾਡੇ ਜਿਹੜੇ ਆਗੂ ਨੇ ਉਹ ਇੰਨਾ ਹੇਠਾਂ ਉਤਰ ਜਾਂਦੇ ਨੇ, ਉਤਰ ਰਹੇ ਨੇ ਪਿਛਲੇ 2 ਦਿਨਾਂ ਤੋਂ ਕਿ ਗੱਲ ਸਿੱਧੀ ਤੂੰ ਤੜਾਕ ਤੇ ਆ ਰਹੀ ਹੈ। ਤੇ ਜਦੋਂ ਕੋਈ ਵੀ ਹੈ ਰਾਜਦੀਪ ਜੀ, ਤੁਸੀਂ ਬੈਠੇ ਹੋ, ਇਹਦੇ ਮਤਲਬ ਇਹ ਨਹੀਂ ਹੁੰਦੀ ਕਿ ਕਿਸੇ ਦੀ ਉਮਰ ਛੋਟੀ ਹੈ ਜਾਂ ਕਿਸੇ ਦੀ ਉਮਰ ਵੱਡੀ ਹੈ, ਅਸੀਂ ਉਮਰ ਵੱਡੇ ਵਾਲੇ ਨੂੰ ਹੀ ਜੀ ਕਹਿਣਾ ਜਾਂ ਤੁਸੀਂ ਕਹਿਣਾ। ਇਹ ਤੁਹਾਡੀ ਆਪਣੀ ਚੁਆਇਸ ਹੁੰਦੀ ਹੈ, ਤੁਸੀਂ ਆਪਣੇ ਤੋਂ
ਛੋਟੇ ਇਨਸਾਨ ਨੂੰ ਵੀ ਤੁਸੀਂ ਕਹਿ ਕੇ ਬੁਲਾ ਸਕਦੇ ਹੋ। ਸਾਨੂੰ ਅਕਸਰ ਸਿਖਾਇਆ ਗਿਆ ਕਿ ਜੀ ਕਹੋ ਜੀ ਕਹਾਓ, ਇਹ ਤੁਸੀਂ ਸੁਣਿਆ ਹੋਣਾ ਹੈ ਨਾ, ਸਕੂਲਾਂ ਦੇ ਵਿੱਚ ਆਮ ਟੀਚਰ ਜਾਂ ਕਿਤੇ ਇਹ ਲਾਈਨਾਂ ਹੁੰਦੀਆਂ ਸੀ ਕਿ ਜੀ ਕਹੋ ਜੀ ਕਹਾਓ। ਅੱਜ ਕੱਲ ਇਹ ਹੈ ਕਿ ਤੂੰ ਕਹੋ ਤੂੰ ਕਹਾਓ। ਇਹ ਪੰਜਾਬ ਵਿਧਾਨ ਸਭਾ ਦੇ ਵਿੱਚੋਂ ਹੀ ਮੈਸੇਜ ਆ ਰਿਹਾ, ਜਿਹੜਾ ਕਿ ਮੇਰੇ ਹਿਸਾਬ ਨਾਲ ਬਹੁਤ ਗਲਤ ਮੈਸੇਜ ਹੈ। ਜਿਹੜੇ ਬੱਚੇ ਦੇਖ ਰਹੇ ਨੇ ਉਹਨਾਂ ਤੇ ਗਲਤ ਇੰਪੈਕਟ ਪੈ ਰਿਹਾ ਕਿ ਸ਼ਾਇਦ ਵਿਧਾਨ ਸਭਾ ਦੇ ਵਿੱਚ ਤਾਂ ਕਾਰਵਾਈ ਹੈ ਜਿਹੜੀ ਚੱਲਦੀ ਉਹ ਇਦਾਂ ਹੀ ਹੁੰਦੀ ਹੈ। ਵਿਧਾਨ ਸਭਾ ਦੇ ਵਿੱਚ ਚਾਹੇ ਉਹ ਮੁੱਖ ਮੰਤਰੀ ਹੈ, ਚਾਹੇ ਕੋਈ ਮੰਤਰੀ ਹੈ, ਚਾਹੇ ਵਿਰੋਧੀ ਧਿਰ ਦਾ LOP ਹੈ, ਚਾਹੇ ਕੋਈ ਵਿਧਾਇਕ ਹੈ ਜੀ, ਜਦੋਂ ਵੀ ਬੋਲਣਾ ਹੁੰਦਾ ਇੱਕ ਮਰਿਆਦਾ ਵਿਧਾਨ ਸਭਾ ਦੀ ਬਣੀ ਹੋਈ ਹੈ ਕਿ ਜਿਹੜਾ ਉਸ ਆਗੂ ਆ ਬੋਲਣ ਵਾਲਾ, ਉਹ ਜਿਹੜਾ ਐਡਰੈਸ ਕਰੂਗਾ ਉਹ ਸਿਰਫ ਚੇਅਰ ਨੂੰ ਕਰੂਗਾ, ਸਪੀਕਰ ਦੀ ਚੇਅਰ ਨੂੰ, ਚਾਹੇ ਸਪੀਕਰ ਬੈਠੇ ਨੇ ਚਾਹੇ ਡਿਪਟੀ ਸਪੀਕਰ ਬੈਠੇ ਨੇ, ਉਹ ਚੇਅਰ ਨੂੰ ਸੰਬੋਧਨ ਕਰੂਗਾ, ਆਮੋ ਸਾਹਮਣੇ ਨਹੀਂ ਸੰਬੋਧਨ ਕਰ ਸਕਦੇ। ਪਰ ਪਿਛਲੇ ਦਿਨਾਂ ਤੋਂ ਅਸੀਂ ਦੇਖ ਰਹੇ ਹਾਂ ਬਹੁਤ ਆਮੋ ਸਾਹਮਣੇ ਗੱਲਾਂ ਹੋ ਰਹੀਆਂ ਨੇ। ਉਹ ਸਪੀਕਰ ਸਾਹਿਬ ਵਿਚਾਰੇ ਇੱਕ ਪਾਸੇ ਬੈਠੇ ਨੇ, ਸੰਧਵਾ ਸਾਹਿਬ, ਤੇ ਉਹ ਅਕਸਰ ਹੀ ਇਹ ਕਹਿੰਦੇ ਸੁਣੇ ਜਾਂਦੇ ਨੇ, ਚੁੱਪ ਕਰਾਉਂਦੇ ਨੇ ਜੀ। ਤੇ ਕਿਉਂਕਿ ਜਦੋਂ ਆਮੋ ਸਾਹਮਣੇ ਵਾਰਤਾਲਾਪ ਤੂੰ ਤੜਾਕ ਵਾਲੀ ਹੋ ਰਹੀ ਹੈ ਤਾਂ ਉਦੋਂ ਸਪੀਕਰ ਵੀ ਕੁਝ ਨਹੀਂ ਕਰ ਸਕਦੇ, ਕਿਉਂਕਿ ਜਿੰਨਾ ਤੁਹਾਡਾ ਕਸੂਰ ਹੈ ਉਹਨਾਂ ਮੇਰਾ ਵੀ ਕਸੂਰ ਹੈ। ਜੇ ਤੁਸੀਂ ਪਹਿਲਾਂ ਮੈਨੂੰ ਤੂੰ ਕਹਿ ਕੇ ਬੁਲਾਇਆ, ਜੇ ਮੈਂ ਤੁਹਾਨੂੰ ਵੀ ਤੂੰ ਕਹਿ ਕੇ ਬੁਲਾਉਂਗਾ ਤਾਂ ਉਹ ਮੇਰਾ ਵੀ ਕਸੂਰ ਬਰਾਬਰ ਦਾ ਹੀ ਹੋ ਗਿਆ। ਹਾਂ, ਜੇ ਤੁਸੀਂ ਤੂੰ ਕਹਿ ਰਹੇ ਹੋ ਮੈਂ ਫਿਰ ਵੀ ਤੁਸੀਂ ਕਹਿ ਰਹੇ ਆ ਤਾਂ ਇਹ 'ਚ ਮੇਰਾ ਸ਼ਾਇਦ ਕਿਤੇ ਨਾ ਕਿਤੇ ਬੜੱਪਨ ਹੋਊਗਾ। ਜਿਹੜੇ ਲੋਕ ਸੁਣਨ ਵਾਲੇ ਨੇ, ਜਿਹੜੇ ਲੋਕ ਦੇਖਣ ਵਾਲੇ ਨੇ, ਉਹ ਇਹ ਸੋਚਣਗੇ ਕਿ ਹਾਂ ਸ਼ਾਇਦ ਇਸ ਬੰਦੇ ਨੂੰ ਜ਼ਿਆਦਾ ਲਹਿਜਾ ਗੱਲਬਾਤ ਕਰਨ ਦਾ ਸਾਹਮਣੇ ਵਾਲੇ ਨੂੰ ਨਹੀਂ ਹੈ। ਪਰ ਇੱਥੇ ਦੋਨੋਂ ਹੀ ਸਾਈਡਾਂ ਲਹਿਜੇ ਤੋਂ ਥੱਲੇ ਉਤਰੀਆਂ ਹੋਈਆਂ ਨੇ। ਕੱਲ ਦੋਨੋਂ ਸਾਈਡਾਂ ਜਿਹੜੀਆਂ ਮਰਿਆਦਾ ਭੁੱਲੀਆਂ ਗਈਆਂ, ਸੰਵਿਧਾਨ ਦੀ ਜੋ ਸਾਡੀ ਮਰਿਆਦਾ ਹੈਗੀ ਜਾਂ ਸਾਡੀ ਮਾਂ ਬੋਲੀ ਦੀ ਮਰਿਆਦਾ ਹੈਗੀ ਜਾਂ ਆਦਰ ਸਤਿਕਾਰ ਆ, ਉਹ ਕਿਤੇ ਨਾ ਕਿਤੇ ਦੋਨਾਂ ਤਰਫਾਂ ਤੋਂ ਭੁੱਲਿਆ ਗਿਆ ਹੈਗਾ। ਬਿਲਕੁਲ। ਇਹ ਦੇਖੋ, ਇੱਕ ਹੱਥ ਨਾਲ ਤਾੜੀ ਕਦੋਂ ਵੱਜਦੀ ਹੈ? ਇੱਕ ਹੱਥ ਨਾਲ ਕਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਨਹੀਂ ਵੱਜਦੀ, ਦੋ ਹੱਥ ਮਾਰਾਂਗੇ ਤਾਂ ਤਾੜੀ ਵੱਜੂਗੀ ਜੀ। ਤਾਂ ਉਹੀ ਮੈਂ ਕਹਿ ਰਿਹਾ ਕਿ ਜੇ ਸਾਹਮਣੇ ਵਾਲਾ ਬੰਦਾ ਕਿਸੇ ਨੂੰ ਤੂੰ ਕਹਿ ਕੇ ਬੁਲਾ ਰਿਹਾ ਤੇ ਜੇ ਰਿਵਲਟ ਵੀ ਜਾਂ ਰਿਪਲਾਈ ਵੀ ਤੂੰ ਦੇ ਵਿੱਚ ਹੀ ਆਊਗਾ ਤੇ ਫਿਰ ਉਹ ਗੱਲਾਂ ਵਧਣਗੀਆਂ ਘਟਣਗੀਆਂ ਨਹੀਂ। ਹੁਣ ਕੱਲ ਵਾਲੇ ਜਿਹੜਾ ਇੱਧਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਸੀਗੇ ਭਗਵੰਤ ਸਿੰਘ ਮਾਨ, ਤੇ ਉਧਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ, ਦੋਨੋਂ ਸੀਨੀਅਰ ਆਗੂ ਨੇ, ਦੋਨਾਂ ਦੀਆਂ ਪੋਜੀਸ਼ਨਾਂ ਵੱਡੀਆਂ ਨੇ ਜੀ। ਇੱਕ ਮੁੱਖ ਮੰਤਰੀ ਨੇ ਤੇ ਦੂਸਰੇ LOP ਨੇ। ਤੇ ਇਹ ਵੀ ਨਹੀਂ ਹੈਗਾ ਕਿ ਨਵੇਂ ਸਿਆਸਤ ਦੇ ਵਿੱਚ ਆਏ ਨੇ। ਭਗਵੰਤ ਸਿੰਘ ਮਾਨ ਹੋਰੀ ਪਹਿਲਾਂ 2 ਵਾਰ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਰਹੇ ਨੇ, ਬਾਜਵਾ ਸਾਹਿਬ ਵੀ ਮੈਂਬਰ ਪਾਰਲੀਮੈਂਟ ਵੀ ਰਹੇ ਨੇ, ਕਿੰਨੀ ਵਾਰ ਵਿਧਾਇਕ ਬਣੇ ਨੇ, ਮੰਤਰੀ ਵੀ ਰਹੇ ਨੇ। ਸੋ ਇਹ ਨਹੀਂ ਹੈਗਾ ਕਿ ਐਕਸਪੀਰੀਅੰਸ ਦੀ ਕਮੀ ਹੈ, ਪਰ ਉਹ ਹੋ ਗਈ ਨਾ ਗੱਲ ਕਿ ਦੋਨਾਂ ਸਾਈਡਾਂ ਤੋਂ ਇੱਕ ਪਾਸਿਓਂ ਸ਼ੁਰੂ ਹੋਇਆ ਤਾਂ ਦੂਸਰੇ ਪਾਸੇ ਵੀ ਉਸੇ ਤਰੀਕੇ ਦਾ ਜਿਹੜਾ ਰਿਵਰਟ ਆ ਉਹ ਆ ਰਿਹਾ ਹੈ। ਸੋ ਜਿਹੜੀ ਤੂੰ ਤਰੀਕੇ ਵਾਲੀ ਜਿਹੜੀ ਵਿਧਾਨ ਸਭਾ ਦੇ ਵਿੱਚ ਗੱਲਬਾਤ ਹੋ ਰਹੀ ਹੈ, ਜਿਸ ਤਰੀਕੇ ਨਾਲ ਵਾਰਤਾਲਾਪ ਹੋ ਰਹੇ ਨੇ, ਉਹ ਬਹੁਤ ਗਲਤ ਨੇ। ਇਹਦੇ ਨਾਲ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪੰਜਾਬੀ ਬਦਨਾਮ ਹੋ ਰਹੀ ਹੈ। ਸ਼ਾਇਦ ਜਿਹੜੇ ਲੋਕ ਸੁਣਦੇ ਨੇ ਬਾਅਦ ਦੇ ਵਿੱਚ ਜਾ ਕੇ, ਜਾਂ ਇਹ ਮੰਨ ਲਓ ਕਿ ਕਿਸੇ ਹੋਰ ਸਟੇਟ ਦੇ ਵਿੱਚ ਹੈ, ਕਿਉਂਕਿ ਹੁਣ ਕੱਲ ਵਾਲਾ ਜਿਹੜਾ ਐਪੀਸੋਡ ਸੀਗਾ ਮੁੱਖ ਮੰਤਰੀ ਤੇ LOP ਵਾਲਾ ਐਪੀਸੋਡ ਸੀ, ਕੋਈ ਐਸਾ ਚੈਨਲ ਨਹੀਂ ਹੋਣਾ ਜਿਸ ਨੇ ਉਸ ਨੂੰ ਦਿਖਾਇਆ ਨਹੀਂ ਜੀ। ਨੈਸ਼ਨਲ ਚੈਨਲਾਂ ਤੱਕ ਵੀ ਉਹ ਬਹਿਸ ਗਈ ਹੈ। ਸੋ ਜਦੋਂ ਦਿੱਲੀ ਦੇ ਵਿੱਚ ਇਸ ਤਰੀਕੇ ਦੀ ਇਹ ਬਹਿਸ ਸੁਣੀ ਜਾਂਦੀ ਹੈ, ਹੈਦਰਾਬਾਦ, ਕੇਰਲਾ ਜਾਂ ਦੇਸ਼ ਦਾ ਹੋਰ ਕੋਈ ਵੀ ਸੂਬੇ ਦੇ ਵਿੱਚ ਉਹ ਚੀਜ਼ਾਂ ਜਦੋਂ ਸੁਣਦੇ ਨੇ ਤਾਂ ਉਹ ਕਹਿਣਗੇ ਕਿ ਯਾਰ ਪੰਜਾਬ ਦੇ ਵਿੱਚ ਵਿਧਾਨ ਸਭਾ ਇੱਦਾਂ ਦਾ ਵਰਕ ਕਰਦੀ ਆ। ਸੋ ਸੋਚਣਾ ਚਾਹੀਦਾ, ਬਹੁਤ ਗੰਭੀਰਤਾ ਨਾਲ ਇਸ ਵਿਸ਼ੇ ਨੂੰ ਲੈਣਾ ਚਾਹੀਦਾ ਕਿ ਇਹ ਜਿਹੜੀ ਤੂੰ ਤੜਾਕ ਵਾਲੀ ਭਾਸ਼ਾ ਅਸੀਂ ਵਰਤ ਰਹੇ ਹਾਂ, ਇਹ ਤੋਂ ਤਾਂ ਬਿਲਕੁਲ ਗਰੇਜ਼ ਕਰਨਾ ਚਾਹੀਦਾ। ਔਰ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੱਕ ਰੂਲ ਔਰ ਰੈਗੂਲੇਸ਼ਨ, ਜਿਸ ਤਰ੍ਹਾਂ ਸਪੀਕਰ ਸਾਹਿਬ ਕਹਿੰਦੇ ਹੁੰਦੇ ਨੇ ਨਾ ਕਿ ਸੰਵਿਧਾਨ ਜਿਹੜੀ ਆ ਇਸ ਹਾਊਸ ਦੀ ਇੱਕ ਮਰਿਆਦੇ ਦੇ ਵਿੱਚ ਰਹੋ, ਜੇ ਸੰਬੋਧਨ ਕਰਨਾ ਤਾਂ ਤੁਸੀਂ ਮੈਨੂੰ ਚੇਅਰ ਨੂੰ ਕਰੋ। ਤੇ ਮੈਨੂੰ ਲੱਗਦਾ ਕਿ ਇੱਕ ਰੂਲ ਇਹ ਵੀ ਬਣਨਾ ਚਾਹੀਦਾ ਕਿ ਮਾਨ ਤੇ ਸਨਮਾਨ ਹਰ ਇੱਕ ਬੰਦੇ ਦਾ, ਹਰ ਇੱਕ ਵਿਧਾਇਕ ਦਾ ਬਰਕਰਾਰ ਰਹਿਣਾ ਚਾਹੀਦਾ, ਕਿਉਂਕਿ ਪਹਿਲਾਂ ਸਾਰੇ ਵਿਧਾਇਕ ਨੇ ਲੋਕਾਂ ਵੱਲੋਂ ਚੁਣ ਕੇ ਭੇਜੇ ਗਏ ਨੇ। ਸੋ ਜਿੰਨੀ ਇਸ ਪਾਸੇ ਵਾਲੇ ਵਿਧਾਇਕ ਦੀ ਇੱਜ਼ਤ ਆ, ਉਨੀ ਸਾਹਮਣੇ ਵਾਲੇ ਪਾਸੇ ਦੀ ਵਿਧਾਇਕ ਦੀ ਵੀ ਇੱਜ਼ਤ ਹੈ। ਸੋ ਇੱਜ਼ਤ ਬਰਕਰਾਰ ਰਹਿਣੀ ਚਾਹੀਦੀ ਹੈ, ਇੱਕ ਦੂਸਰੇ ਦਾ ਜਿਹੜਾ ਸਤਿਕਾਰ ਆ ਉਹ ਬਰਕਰਾਰ ਰਹਿਣਾ ਚਾਹੀਦਾ। ਹੁਣ ਆਪਾਂ ਨੂੰ ਬਹੁਤ ਸਾਰੇ ਲੋਕ ਸੁਣ ਵੀ ਰਹੇ ਹੋਣੇ ਤੇ ਮੈਨੂੰ ਲੱਗਦਾ ਬਹੁਤ ਸਾਰੇ ਲੋਕ ਕਮੈਂਟ ਵੀ ਕਰਨਗੇ ਜੀ। ਸ਼ਾਇਦ ਕਈ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਕਹਿਣਗੇ ਕਿ ਨਹੀਂ ਯਾਰ, ਸਾਡੀ ਤਾਂ ਜਿਹੜੀ ਪੰਜਾਬੀ ਹੈ
ਉਹ ਅਸੀਂ ਇਦਾਂ ਹੀ ਬੋਲਦੇ ਆ। ਏਦਾਂ ਹੀ ਬੋਲਦੇ। ਅਸੀਂ ਪਿੰਡਾਂ ਦੇ ਵਿੱਚ ਤਾਂ ਤੂੰ ਤੜੀਕੇ ਦੇ ਨਾਲ ਹੀ ਬੋਲਦੇ ਆ। ਦੇਖੋ ਉਹ ਪਿੰਡਾਂ ਦੇ ਵਿੱਚ ਇੱਕ ਆਮ ਸੱਥ ਦੇ ਵਿੱਚ ਬਹਿ ਕੇ ਜਾਂ ਮੋੜਾਂ ਤੇ ਬੈਠੀ ਹੋਈ ਗੱਲਬਾਤ ਹੈ ਜੀ, ਤੇ ਇਹ ਪੰਜਾਬ ਵਿਧਾਨ ਸਭਾ ਜੀ ਬਹੁਤ ਫਰਕ ਹੈ ਨਾ। ਪਿੰਡ ਦਾ ਇੱਕ ਮੋੜ, ਪਿੰਡ ਦੀ ਇੱਕ ਸੱਥ, ਇੱਕ ਪਵਿੱਤਰ ਸਥਾਨ। ਹਾਂ, ਪਵਿੱਤਰ ਪੰਜਾਬ ਵਿਧਾਨ ਸਭਾ ਜਿੱਥੋਂ ਸਾਰਾ ਜਿਹੜਾ ਸੂਬਾ ਹੈ, ਸਾਰੀ ਸਟੇਟ ਦੇ ਕੰਮਕਾਰ ਚੱਲਣੇ ਨੇ, ਹਰ ਇੱਕ ਦੇ ਅਧਿਕਾਰਾਂ ਦੀ ਉਹ ਉੱਥੇ ਰਾਖੀ ਕੀਤੀ ਜਾਂਦੀ ਹੈ ਨਾ, ਤੇ ਉਹ ਸਥਾਨ ਦਾ ਬਹੁਤ ਫਰਕ ਹੈ। ਸੋ ਮੈਨੂੰ ਲੱਗਦਾ ਕਿ ਇੱਕ ਰੂਲ ਐਸਾ ਬਣਾਉਣਾ ਚਾਹੀਦਾ ਹੈ ਕਿ ਬੋਲੀ ਦੀ ਜਿਹੜੀ ਭਾਸ਼ਾ ਦੀ ਮਰਿਆਦਾ ਹੈ ਉਹ ਕਿਸੇ ਨੂੰ ਵੀ ਭੁੱਲਣੀ ਨਹੀਂ ਚਾਹੀਦੀ। ਪਰ ਜੇ ਅਸੀਂ ਐਦਾਂ ਹੀ ਭੁੱਲ ਹੀ ਗਏ, ਜੇ ਅੱਗੇ ਵੀ ਇਸੇ ਤਰੀਕੇ ਦੇ ਨਾਲ ਇਸ ਤਰੀਕੇ ਦਾ ਹੀ ਵਾਰਤਾਲਾਪ ਤੂੰ ਤੜਾਕ ਦੇ ਵਿੱਚ ਹੁੰਦਾ ਰਿਹਾ, ਤਾਂ ਮੈਨੂੰ ਲੱਗਦਾ ਕਿ ਜਿਹੜਾ ਇਹ ਲਾਈਵ ਪ੍ਰੋਗਰਾਮ ਵਿਧਾਨ ਸਭਾ ਦੇ ਇਜਲਾਸ ਦਾ ਅਸੀਂ ਦਿੰਦੇ ਆ ਜਾਂ ਸਰਕਾਰ ਹੁੰਦੀ ਆ, ਸ਼ਾਇਦ ਮੈਨੂੰ ਲੱਗਦਾ ਕਿ ਉਹਨੂੰ ਬੰਦ ਕਰ ਦੇਣਾ ਚਾਹੀਦਾ। ਕਿਉਂਕਿ ਜੇ ਚੱਲਦਾ ਰਿਹਾ ਤੇ ਇਸੇ ਤਰੀਕੇ ਦੀ ਭਾਸ਼ਾ, ਇਸੇ ਤਰੀਕੇ ਦੀ ਬੋਲੀ ਟੈਲੀਕਾਸਟ ਹੁੰਦੀ ਗਈ ਤਾਂ ਬੱਚਿਆਂ ਤੇ ਤਾਂ ਬੁਰਾ ਅਸਰ ਪਊਗਾ ਹੀ ਪਊਗਾ। ਜਿਹੜੇ ਨੌਜਵਾਨ ਨੇ, ਜਿਹੜੇ 18-19 ਸਾਲ ਜਾਂ 20-21 ਸਾਲ ਦੇ ਨੇ, ਜਿਹੜੇ ਸੋਚਦੇ ਨੇ ਕਿ ਅਸੀਂ ਸਿਆਸਤ 'ਚ ਜਾਈਏ, ਸ਼ਾਇਦ ਉਹ ਪ੍ਰੈਕਟਿਸ ਕਰਨਗੇ, ਫਿਰ ਉਹ ਪ੍ਰੈਕਟਿਸ ਕਰਿਆ ਕਰਨਗੇ ਕਿ ਆ ਜਾ ਯਾਰ ਮੇਰੀ ਪ੍ਰੈਕਟਿਸ ਕਰਾ ਦੇ, ਮੈਨੂੰ ਤੂੰ ਤੜਾਕੇ ਨਾਲ ਕਰਨੀ ਗੱਲ ਨਹੀਂ ਆਉਂਦੀ, ਕਿਉਂਕਿ ਇਹ ਜਿਹੜੀ ਇਸ ਤਰੀਕੇ ਦੀ ਬੋਲੀ ਹੈ ਮੈਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਜਾ ਕੇ ਬੋਲਣੀ ਪਊਗੀ। ਸੋ ਮੈਨੂੰ ਲੱਗਦਾ ਕਿ ਇਸ ਤਰੀਕੇ ਦਾ ਜਿਹੜਾ ਬੁਰਾ ਪ੍ਰਭਾਵ ਹੈ ਉਹ ਨਹੀਂ ਪੈਣਾ ਚਾਹੀਦਾ। ਵਿਧਾਨ ਸਭਾ ਦਾ ਜਿਹੜਾ ਇਜਲਾਸ ਹੈ ਜਿਸ ਤਰੀਕੇ ਨਾਲ, ਠੀਕ ਹੈ, ਬਹੁਤ ਵਧੀਆ ਗੱਲ ਹੈ ਕਿ ਲਾਈਵ ਹੋ ਰਿਹਾ ਹੈ, ਵਿਰੋਧੀ ਧਿਰ ਸਵਾਲ ਪੁੱਛ ਰਹੀ ਹੈ, ਸਰਕਾਰ ਉਸ ਦਾ ਜਵਾਬ ਦੇ ਰਹੀ ਹੈ, ਬਹੁਤ ਵਧੀਆ ਤਰੀਕਾ, ਬਹੁਤ ਵਧੀਆ ਚੱਲ ਰਿਹਾ। ਪਰ ਜਿਹੜਾ ਪਿਛਲੇ 2 ਦਿਨਾਂ ਤੋਂ ਚੱਲ ਰਿਹਾ ਰਾਜਦੀਪ ਜੀ, ਮੈਨੂੰ ਲੱਗਦਾ ਕਿ ਇਹ ਬੜਾ ਗਲਤ ਹੈ। ਜੇ ਇਸੇ ਤਰੀਕੇ ਨਾਲ ਅੱਗੇ ਵੀ ਚੱਲਦਾ ਰਿਹਾ, ਉਹ ਅੱਜ ਤਾਂ ਦੇਖੋ ਤੁਸੀਂ ਕਿ ਕਾਂਗਰਸ ਨੇ ਬਾਈਕਾਟ ਕਰਤਾ। ਮੈਨੂੰ ਲੱਗਦਾ ਜੇ ਅੱਜ ਕਾਂਗਰਸ ਵਾਲੇ ਦੁਬਾਰਾ ਹੁੰਦੇ ਤਾਂ ਸ਼ਾਇਦ ਫਿਰ ਇਸੇ ਤਰੀਕੇ ਦੇ ਨਾਲ ਇਹ ਗੱਲਬਾਤ ਅੱਗੇ ਵਧਣੀ ਸੀ। ਦੇਖੋ ਬਹੁਤ ਸਾਰੇ ਪਰਸਨਲ ਕਮੈਂਟ ਵੀ ਹੋ ਜਾਂਦੇ ਨੇ, ਤੇ ਹਾਲਾਂਕਿ ਸਪੀਕਰ ਸਾਹਿਬ ਟੋਕਦੇ ਵੀ ਨੇ ਕਿ ਕਿਸੇ ਤੇ ਪਰਸਨਲ ਕਮੈਂਟ ਦੇ ਨਹੀਂ ਕਰਨੇ, ਇਹ ਰੂਲ ਤੋਂ ਬਾਹਰ ਜਾ ਕੇ ਤੁਸੀਂ, ਅੱਜ ਵੀ ਹੋਇਆ, ਅੱਜ ਵੀ ਐਪੀਸੋਡ ਹੋ ਗਿਆ। ਸੁਖਪਾਲ ਸਿੰਘ ਖਹਿਰਾ ਉਧਰੋਂ ਮੰਤਰੀ ਧਾਲੀਵਾਲ ਸਾਹਿਬ ਹੋ ਗਏ, ਇਹਨਾਂ ਦੋਨਾਂ ਦੇ ਵਿੱਚ ਵੀ ਆ। ਹਾਂ, ਪਰ ਜਿਸ ਤਰੀਕੇ ਦੇ ਨਾਲ ਇਹ ਵੀ ਦੇਖੋ ਨਾ ਕਿ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਇੱਕ ਲਫ਼ਜ਼ ਬੋਲਿਆ ਗਿਆ ਸੀ ਸੀਐਮ ਭਗਵੰਤ ਸਿੰਘ ਮਾਨ ਹੋਰਾਂ ਨੂੰ, ਜਾਂ ਉਹ ਲਫ਼ਜ਼ ਨਹੀਂ ਸੀ, ਉਹ ਇੱਕ ਸਿੱਧੇ ਤਰੀਕੇ ਨਾਲ ਬੋਲੀ ਗਈ ਇੱਕ ਲਾਈਨ ਸੀ। ਉਹਨਾਂ ਨੇ ਨਾਮ ਲਿਆ ਕਿ ਕੁਝ, ਚਲੋ ਆਪਾਂ ਨਹੀਂ ਬੋਲ ਸਕਦੇ ਉਹ ਚੀਜ਼, ਤੇ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਜ਼ਾਹਿਰ ਹੈ ਕਿ ਬੁਰੀ ਲੱਗੀ ਹੋਣੀ ਹੈ, ਕਿਉਂਕਿ ਮੁੱਖ ਮੰਤਰੀ ਦੇ ਚੇਅਰ ਤੇ ਤੁਸੀਂ ਐਡੇ ਵੱਡੀ ਚੇਅਰ ਤੇ ਬੈਠੇ ਹੋ, ਤੇ ਜੇ ਅੱਗਿਓਂ ਕੋਈ ਇਸ ਤਰੀਕੇ ਦੀ ਭਾਸ਼ਾ ਦਾ ਇਸਤੇਮਾਲ ਕਰਕੇ ਬੁਲਾਉਂਦਾ ਤਾਂ ਦੇਖੋ ਉਸ ਚੇਅਰ ਤੇ ਬੈਠੇ ਆਗੂ ਦੀ ਤਾਂ ਅਪਮਾਨ ਹੈ ਹੀ ਹੈ, ਉਸ ਚੇਅਰ ਦਾ ਵੀ ਅਪਮਾਨ ਹੈ, ਤੇ ਕਿਉਂਕਿ ਉਹ ਸਾਰੇ ਪੰਜਾਬ ਨੂੰ ਦੀ ਅਗਵਾਈ ਕਰ ਰਹੇ ਨੇ, ਤੇ ਪੰਜਾਬੀਆਂ ਦਾ ਵੀ ਅਪਮਾਨ ਮੈਂ ਕਹਿੰਦਾ ਹੈਗਾ। ਪਰ ਇਸ ਦੀ ਸ਼ੁਰੂਆਤ ਨਾ ਹੋਵੇ ਤਾਂ ਬੈਟਰ ਹੈ। ਸੋ ਜਦੋਂ ਵੀ ਕੋਈ ਹੈ, ਚਾਹੇ ਮੰਤਰੀ ਸੱਤਾ ਧਿਰ ਤੋਂ ਹੈ, ਜਦੋਂ ਵੀ ਕਿਸੇ ਨੂੰ ਬੋਲਣਾ ਤਾਂ ਮਰਿਆਦਾ ਦੇ ਅਨੁਸਾਰ ਸਿੱਧਾ ਸਪੀਕਰ ਸਾਹਿਬ ਬੈਠੇ ਨੇ, ਉਹਨਾਂ ਦੇ ਨਾਲ ਗੱਲਬਾਤ ਕਰੀ ਜਾਵੇ, ਨਾ ਕਿ ਪਰਸਨਲ ਇਸ ਤਰੀਕੇ ਦਾ ਜਿਹੜਾ ਅਟੈਕ ਕਰ ਰਹੇ ਨੇ ਸਾਡੇ ਅੱਜ ਵਿਧਾਨ ਸਭਾ ਦੇ ਵਿੱਚ, ਉਹ ਹੁਣੇ ਤੋਂ ਬੰਦ ਹੋਣਾ ਚਾਹੀਦਾ। ਮੈਨੂੰ ਲੱਗਦਾ ਕਿ ਸਪੀਕਰ ਸਾਹਿਬ ਨੂੰ ਇਹਦਾ ਨੋਟਿਸ ਜ਼ਰੂਰ ਲੈਣਾ ਚਾਹੀਦਾ, ਕਿਉਂਕਿ ਜੇ ਇਸੇ ਤਰੀਕੇ ਨਾਲ ਇਹ ਅੱਗੇ ਕੰਟੀਨਿਊ ਹੁੰਦਾ ਰਿਹਾ ਤਾਂ ਜਿਹੜੀ ਮੈਂ ਪਹਿਲਾਂ ਗੱਲ ਕਹੀ ਹੈ ਕਿ ਬੱਚਿਆਂ ਤੇ ਬੁਰਾ ਪ੍ਰਭਾਵ ਜਾਊਗਾ। ਜਿਹੜੇ ਨੌਜਵਾਨ ਰਾਜਨੀਤੀ ਦੇ ਵਿੱਚ ਆਉਣਾ ਚਾਹੁੰਦੇ ਨੇ, ਤੇ ਉਹ ਜੇਕਰ ਉਹਨਾਂ ਦੀ ਬੋਲੀ ਠੀਕ ਹੈ, ਜੇਕਰ ਉਹ ਸਾਹਮਣੇ ਵਾਲੇ ਦਾ ਸਤਿਕਾਰ ਕਰਦੇ ਨੇ, ਛੋਟਾ ਵੱਡਾ ਦੇਖ ਕੇ ਵੀ ਸਤਿਕਾਰ ਕਰਦੇ ਨੇ, ਜੀ ਕਹਿੰਦੇ ਨੇ, ਤੇ ਜੀ ਕਹਾਉਣਾ ਪਸੰਦ ਕਰਨਗੇ, ਤੇ ਮੈਨੂੰ ਲੱਗਦਾ ਕਿ ਉਹ ਚੰਗੀਆਂ ਗੱਲਾਂ ਸਿੱਖਣ, ਇਹ ਨਾ ਸਿੱਖਣ ਕਿ ਤੂੰ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਜਾ ਕੇ ਗੱਲਬਾਤ ਜਿਹੜੀ ਆ ਉਹ ਕਿਵੇਂ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦਾ ਸਤਿਕਾਰ ਵਾਲੀ ਸਾਡੀ ਮਿੱਠੀ ਪੰਜਾਬੀ ਬੋਲੀ ਆ, ਸਾਡਾ ਸੱਭਿਆਚਾਰ ਹੈ, ਇੱਕ ਦੂਸਰੇ ਦਾ ਅਸੀਂ ਸਤਿਕਾਰ ਕਰਦੇ ਹਾਂ, ਆਓ ਭਗਤ ਕਰਦੇ ਹਾਂ, ਠੀਕ ਹੈ, ਤੇ ਉਸੇ ਤਰੀਕੇ ਦਾ ਜਿਹੜਾ ਸੱਭਿਆਚਾਰ ਹੈ, ਬੋਲੀ ਦੇ ਵਿੱਚ ਜਿਹੜੀ ਮਿਠਾਸ ਆ ਉਹ ਹੋਣੀ ਬੇਹੱਦ ਜ਼ਰੂਰੀ ਹੈ। ਇੱਕ ਦੂਜੇ ਦਾ ਸਤਿਕਾਰ ਹੋਣਾ ਬੇਹੱਦ ਜ਼ਰੂਰੀ। ਬਿਲਕੁਲ ਰਾਓ ਜੀ, ਬਾਕੀ ਪੰਜਾਬੀ ਤਾਂ ਮੰਨੇ ਵੀ ਇਸੇ ਗੱਲ ਤੋਂ ਗਏ ਨੇ ਕਿ ਆਓ ਭਗਤ, ਚਾਹੇ ਸਾਡਾ ਦੁਸ਼ਮਣ ਵੀ ਅੱਜ ਅਸੀਂ ਉਹਦੀ ਵੀ ਆਓ ਭਗਤ ਕਰਦੇ ਹਾਂ। ਤਾਂ ਰਾਓ ਜੀ, ਇੱਕ ਸਵਾਲ ਇੱਥੇ ਵੀ ਖੜਾ ਹੁੰਦਾ, ਜਿਸ ਤਰੀਕੇ ਦੇ ਨਾਲ ਜੇਕਰ ਪਹਿਲਾਂ ਵਾਲੀਆਂ ਸਰਕਾਰਾਂ ਦੀ ਗੱਲ ਕਰੀਏ ਜਾਂ ਪਹਿਲਾਂ ਵਿਧਾਇਕ ਹੁੰਦੇ ਸੀ, ਉਦੋਂ ਕਿਹਾ ਜਾਂਦਾ ਸੀ ਉਹ ਜ਼ਿਆਦਾ ਸੀਨੀਅਰ ਉਮਰ ਦੇ ਨੇ, ਘੱਟ ਪੜ੍ਹੇ ਲਿਖੇ ਨੇ, ਤਾਂ ਹੁਣ ਤਾਂ ਬਹੁਤ ਜ਼ਿਆਦਾ ਚੇਂਜ ਹੋ ਗਿਆ। ਨਵੇਂ ਮੰਤਰੀ ਆਏ ਨੇ, ਨਵੇਂ ਐਮਐਲਏ ਆਏ ਨੇ, ਬੜਾ ਵੱਡਾ ਜਿਹੜਾ ਇੱਕ ਬਦਲਾਅ ਹੋਇਆ। ਲੱਗਦਾ ਜਿਹੜਾ ਪੜ੍ਹਾਈ ਲਿਖਾਈ ਕੀਤੀ ਆ, ਪੜ੍ਹੇ ਲਿਖੇ ਮੰਤਰੀ ਆਏ ਨੇ ਜਾਂ ਪੜ੍ਹੇ ਲਿਖੇ ਵਿਧਾਇਕ ਆਏ ਨੇ, ਫਿਰ ਵੀ ਜਿਹੜਾ ਉਹੀ ਕੁਝ ਚੱਲ ਰਿਹਾ। ਹਾਲਾਂਕਿ ਪਹਿਲਾਂ ਲਾਈਵ ਟੈਲੀਕਾਸਟ ਨਹੀਂ ਹੁੰਦਾ ਸੀ ਤਾਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਸੀਗਾ, ਪਰ ਗੱਲਾਂ ਪਹਿਲਾਂ ਵੀ ਇਸ ਤਰ੍ਹਾਂ ਹੀ ਹੁੰਦੀਆਂ ਸੀ, ਕਿਉਂਕਿ ਉਦੋਂ ਵੀ ਮਰਿਆਦਾ ਕੋਈ ਗੱਲਾਂ ਸਾਹਮਣੇ ਆਉਂਦੀਆਂ ਸੀ। ਨਹੀਂ,
ਆਪਾਂ ਸਾਰਿਆਂ ਨੂੰ ਸਾਰੀਆਂ ਉਂਗਲਾਂ ਨੂੰ ਆਪਾਂ ਬਰਾਬਰ ਕਰਕੇ ਨਹੀਂ ਦੇਖ ਸਕਦੇ। ਬਹੁਤ ਸਾਰੇ ਵਿਧਾਇਕ ਨੇ ਜਿਹੜੇ ਵੈਲ ਐਜੂਕੇਟਡ ਵੀ ਨੇ, ਕੁਝ ਦੀ ਪੜ੍ਹਾਈ ਚਲੋ ਠੀਕ ਹੈ, ਪੜ੍ਹਾਈ ਦੇ ਨਾਲ ਦੇਖੋ ਤੁਸੀਂ ਇਸ ਨੂੰ ਕੰਪੇਅਰ ਨਾ ਕਰੋ ਕਿ ਕੋਈ ਬੰਦਾ 5 ਜਾਂ 10 ਪੜ੍ਹਿਆ ਹੋਇਆ ਉਹ ਤੂੰ ਕਰਕੇ ਬੋਲੂ, ਨਹੀਂ ਇਦਾਂ ਨਹੀਂ ਹੁੰਦਾ। ਤੇ ਜ਼ਰੂਰੀ ਨਹੀਂ ਹੈ ਕਿ ਜਿਸ ਬੰਦੇ ਨੇ BA ਕੀਤੀ ਹੈ ਜਾਂ MA ਕੀਤੀ ਹੈ ਉਹ ਤੁਸੀਂ ਕਹਿ ਕੇ ਹੀ ਬੋਲੂਗਾ, ਉਹ ਵੀ ਤੂੰ ਕਹਿ ਸਕਦਾ। ਜਿਹੜਾ 5 ਜਾਂ 10 ਪਾਸ ਕਰਕੇ ਆਇਆ ਉਹ ਵੀ ਤੁਸੀਂ ਕਹਿ ਸਕਦਾ, ਇਦਾਂ ਨਹੀਂ ਹੁੰਦਾ। ਪਰ ਮਾਹੌਲ ਹੁੰਦਾ ਨਾ ਕਿ ਇੱਕ ਮਾਹੌਲ ਸਿਰਜਿਆ ਕਿਵੇਂ ਜਾਂਦਾ, ਜਿਸ ਤਣੋ ਤਣੀ ਵਾਲਾ ਮਾਹੌਲ ਜਦੋਂ ਵੀ ਹੁੰਦਾ ਨਾ, ਫਿਰ ਉੱਥੇ ਤੁਸੀਂ ਜੀ ਕਹਿਣਾ, ਖਾਸ ਕਰਕੇ ਅਸੀਂ ਜਿਹੜਾ, ਕਿਉਂਕਿ ਕਹਿੰਦੇ ਕਿ ਪੰਜਾਬੀਆਂ ਦਾ ਖੂਨ ਜਿਹੜਾ ਬਲੱਡ ਜ਼ਿਆਦਾ ਉਬਾਲ ਮਾਰ ਜਾਂਦਾ, ਸੋ ਇਹ ਪਿਛਲੇ 2 ਦਿਨਾਂ ਤੋਂ ਖੂਨ ਉਬਾਲੇ ਹੀ ਮਾਰ ਰਿਹਾ, ਦੋਨਾਂ ਸਾਈਡਾਂ ਤੋਂ ਮਾਰ ਰਿਹਾ, ਇਧਰੋਂ ਵੀ ਮਾਰ ਰਿਹਾ ਤੇ ਉਧਰੋਂ ਵੀ ਮਾਰ ਰਿਹਾ। ਮੈਨੂੰ ਲੱਗਦਾ ਕਿ ਇਸ ਨੂੰ ਦੋਨਾਂ ਧਿਰਾਂ ਨੂੰ ਬੈਠ ਕੇ ਇਹ ਇੱਕ ਵਿਚਾਰ ਕਰਨਾ ਚਾਹੀਦਾ। ਸਪੀਕਰ ਸਾਹਿਬ ਨੂੰ ਚਾਹੀਦਾ ਕਿ ਦੋਨੇ ਧਿਰਾਂ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਬੁਲਾਉਣ, ਬਿਠਾਉਣ ਤੇ ਉਹਨਾਂ ਨੂੰ ਸਮਝਾਉਣ ਕਿ ਸਾਨੂੰ ਜਿਹੜੀ ਹਾਊਸ ਦੀ ਜਿਹੜੀ ਮਰਿਆਦਾ ਉਹ ਬਰਕਰਾਰ ਰੱਖਣੀ ਪਏਗੀ, ਨਹੀਂ ਤਾਂ ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੀਆਂ ਗੱਲਾਂ ਨੇ। ਨਸ਼ੇ ਨੂੰ ਲੈ ਕੇ ਪੰਜਾਬ ਨੂੰ ਕਿੰਨਾ ਬਦਨਾਮ ਕੀਤਾ ਜਾ ਰਿਹਾ, ਤੇ ਕੱਲ੍ਹ ਨੂੰ ਕਿਤੇ ਇਹ ਨਾ ਹੋ ਜੇ ਕਿ ਸਾਡੇ ਆਗੂਆਂ ਦੀ ਬੋਲੀ ਨੂੰ ਲੈ ਕੇ ਵੀ ਸਾਡੇ ਜਿਹੜੇ ਮਜ਼ਾਕ ਨੇ ਪੰਜਾਬੀਆਂ ਦੇ ਉਹ ਉਡਾਉਣੇ ਜਾਣੇ ਸ਼ੁਰੂ ਹੋ ਜਾਣ। ਸੋ ਇਸ ਤੋਂ ਪਹਿਲਾਂ ਕਿ ਦੇਰ ਹੋ ਜੇ, ਇੱਥੇ ਸਾਨੂੰ ਸਮਝਣਾ ਚਾਹੀਦਾ, ਸਪੀਕਰ ਸਾਹਿਬ ਨੂੰ ਸਖਤ ਨੋਟਿਸ ਲੈਣਾ ਚਾਹੀਦਾ, ਇਹ ਇੱਕ ਰੂਲ ਬਣਾ ਦੇਣਾ ਚਾਹੀਦਾ ਕਿ ਕੋਈ ਵੀ ਤੂੰ ਤਰੀਕੇ ਦੇ ਨਾਲ ਕਿਤੇ ਵੀ ਗੱਲ ਨਹੀਂ ਕਰੇਗਾ। ਤੇ ਜਿਸ ਤਰੀਕੇ ਨਾਲ ਜਿਹੜੀ ਰੂਲ ਬਣੇ ਹੋਏ ਨੇ ਕਿ ਸਿਰਫ ਚੇਅਰ ਨੂੰ ਦੇਖ ਕੇ ਗੱਲ ਹੋਏਗੀ, ਕਿਉਂਕਿ ਅੱਜ ਕੱਲ੍ਹ ਤਾਂ ਚੇਅਰ ਨੂੰ ਦੇਖ ਕੇ ਗੱਲ ਹੀ ਨਹੀਂ ਹੋ ਰਹੀ, ਆਮੋ ਸਾਹਮਣੇ ਗੱਲ ਹੋ ਰਹੀ ਹੈ, ਇੱਕ ਦੂਸਰੇ ਦੇ ਨਾਲ ਵਾਰਤਾਲਾਪ ਹੋ ਰਹੀ ਹੈ। ਇੰਨੀ ਤੁਹਾਡੀ ਉੱਚੀ ਸਦਨ ਦੀ ਚੇਅਰ, ਸਪੀਕਰ ਸਾਹਿਬ ਬੈਠੇ ਨੇ, ਉਹਨਾਂ ਨੂੰ ਤੁਸੀਂ ਬਾਈਪਾਸ ਕਰੀ ਜਾ ਰਹੇ ਹੋ ਤੇ ਉਹ ਬੈਠੇ ਵਿਚਾਰੇ ਦੇਖ ਰਹੇ ਨੇ। ਤੇ ਇਹ ਵੀ ਨਹੀਂ ਹੈ ਕਿ ਦੋਨਾਂ ਨੂੰ ਮਾਰਸ਼ਲ ਬੁਲਾ ਕੇ ਉਹ ਬਾਹਰ ਵੀ ਨਹੀਂ ਕਢਵਾ ਸਕਦੇ। ਸੋ ਇਸ ਕਰਕੇ ਉਸ ਚੇਅਰ ਦਾ ਖਿਆਲ ਰੱਖਣਾ ਚਾਹੀਦਾ। ਸੰਧਵਾ ਸਾਹਿਬ ਸੀਨੀਅਰ ਲੀਡਰ ਨੇ, ਉਹਨਾਂ ਦਾ ਵੀ ਖਿਆਲ ਰੱਖਣਾ ਚਾਹੀਦਾ। ਉਸ ਕੁਰਸੀ ਦਾ, ਜਿਹੜੀ ਪਵਿੱਤਰ ਹਾਊਸ ਦੀ ਉਹ ਵੱਡੀ, ਸਭ ਤੋਂ ਵੱਡੀ ਕੁਰਸੀ ਹੈ, ਤੇ ਉਸ ਦਾ ਵੀ ਸਤਿਕਾਰ ਹੋਣਾ ਬਹੁਤ ਜ਼ਰੂਰੀ ਹੈ। ਜੀ।